ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਓੰਕਾਰ ਜੋਰੀ, ਨਮੋ ਓੰਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ, ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ। ਚੌਪਈ ਸੁਣੀਏ ਸ੍ਰੀ ਤ੍ਰਿਹਣ ਕੁਲ ਮੋਰੰ, ਪ੍ਰਭ ਕੇ ਕਥਾ ਅਗਾਰੀ ਔਰੰ। ਸਿੱਖੀ ਕੀ ਸਰਤਾ ਵਿਸਤਾਰੀ, ਜਹ ਕਹਿ ਸਗਰੇ ਜਗਤ ਮਝਾਰੀ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣੀਏ ਸ੍ਰੀ ਤ੍ਰਿਹਣ ਕੁਲ ਮੋਰੰ, ਪ੍ਰਭ ਕੇ ਕਥਾ ਅਗਾਰੀ ਔਰੰ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦੇ ਲਿਖਦੇ ਨੇ ਕਿ ਭਾਈ ਬਾਲਾ ਜੀ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾ ਰਹੇ ਨੇ ਤੇ ਕਹਿ ਰਹੇ ਨੇ, ਹੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅਗਲੀ ਕਥਾ ਸੁਣੋ। ਸਿੱਖੇ ਕੀ ਸਰਤਾ ਵਿਸਤਾਰੀ, ਜਹ ਕਹਿ ਸਗਰੇ ਜਗਤ ਮਝਾਰੀ। ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਨਦੀ ਦੇ ਵਾਂਗ ਸਿੱਖੀ ਦਾ ਵਿਸਥਾਰ ਕੀਤਾ। ਜਿਵੇਂ ਨਦੀ ਅੱਗੇ ਦੇ ਅੱਗੇ ਵਗਦੀ ਜਾਂਦੀ ਹੈ, ਬਸ ਇਵੇਂ ਗੁਰੂ ਕੀ ਸਿੱਖੀ ਇੱਕ ਸਿੱਖ ਤੋਂ ਅਗਲੇ ਸਿੱਖ ਤੱਕ ਹੋਰ ਅੱਗੇ ਸਿੱਖੀ ਫੈਲਦੀ ਗਈ, ਸਿੱਖੀ ਦਾ ਵਿਸਥਾਰ ਹੋਇਆ। ਔਰ ਪਿਛਲੇ ਪ੍ਰਕਰਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਿੱਖ ਜਿਹੜੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਕੋਲ ਕਰਤਾਰਪੁਰ ਸਾਹਿਬ ਹੁੰਦੇ ਨੇ, ਭਾਈ ਸਿੱਖ ਵਰਗਿਆਂ ਨੂੰ ਗੁਰੂ ਸਾਹਿਬ ਜੀ ਨੂੰ ਉਪਦੇਸ਼ ਦਿੱਤਾ। ਹੋਰ ਅਨੇਕਾਂ ਹੀ ਸਿੱਖ ਆਏ ਗੁਰੂ ਸਾਹਿਬ ਨੂੰ, ਉਹਨਾਂ ਨੂੰ ਉਪਦੇਸ਼ ਦਿੱਤਾ। ਔਰ ਸਿੱਖਾਂ ਦੇ ਅੰਦਰ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ, ਬਚਨ ਸੁਣ ਕੇ ਪ੍ਰੇਮ ਭਾਵਨਾ ਸੀ ਜਿਹੜੀ ਉਹ ਇੰਨੀ ਵਧੀ ਕਿ ਸਿੱਖਣ ਕੇ ਮਨ ਮੀਨ ਸਮਾਨਾ, ਚਾਹੇ ਨਾ ਬਿਰਹੇ ਹੋਏ ਹੱਥ ਪ੍ਰਾਨਾ। ਸਿੱਖਾਂ ਦੇ ਮਨ ਜਿਹੜੇ ਨੇ ਪ੍ਰੇਮ ਦੀ ਵਜ੍ਹਾ ਕਰਕੇ ਉਹ ਮਛਲੀ ਵਰਗੇ ਹੋ ਗਏ, ਮੱਛੀ ਦੀ ਤਰ੍ਹਾਂ। ਇੰਨਾ ਪ੍ਰੇਮ ਹੈ ਜਿਵੇਂ ਮੱਛੀ ਦਾ ਪ੍ਰੇਮ ਪਾਣੀ ਨਾਲ ਹੈ। ਔਰ ਗੁਰੂ ਕੇ ਸਿੱਖਾਂ ਦਾ ਪ੍ਰੇਮ ਗੁਰੂ ਸਾਹਿਬ ਜੀ ਨਾਲ ਤੇ ਗੁਰੂ ਦੀ ਬਾਣੀ ਨਾਲ ਇਸੇ ਤਰ੍ਹਾਂ ਦਾ ਹੈ। ਔਰ ਬਿਲਕੁਲ ਗੁਰੂ ਸਾਹਿਬ ਨਦੀ ਰੂਪ ਨੇ ਤੇ ਇਸ ਨਦੀ ਦੇ ਵਿੱਚੋਂ ਮੱਛੀ ਰੂਪ ਸਿੱਖ ਜਿਹੜੇ ਨੇ ਵਿਛੜਨਾ ਨਹੀਂ ਚਾਹੁੰਦੇ। ਔਰ ਪ੍ਰੇਮ ਇੰਨਾ ਹੈ ਕਿ ਲਾਗੇ ਕਰਨ ਸ਼ਬਦ ਅਭਿਆਸਾ, ਸਿਮਰਨ ਸਤਨਾਮ ਪ੍ਰਕਾਸ਼ਾ। ਗੁਰੂ ਸਾਹਿਬ ਜੀ ਸਿੱਖਾਂ ਨੂੰ ਸ਼ਬਦ ਦਾ ਉਪਦੇਸ਼ ਦਿੰਦੇ ਨੇ, ਸ਼ਬਦ ਦੇ ਵਿਚਾਰ ਕਰਕੇ ਅਰਥ ਸਮਝਾਉਂਦੇ ਨੇ। ਫਿਰ ਗੁਰੂ ਕੇ ਸਿੱਖ ਜਿਹੜੇ ਨੇ ਉਹ ਸ਼ਬਦ ਦਾ ਅਭਿਆਸ ਕਰਦੇ ਨੇ।
ਕੁਝ ਜਿਹੜੇ ਨੇ ਸ਼ਬਦ ਨੂੰ ਗਾਉਣ ਦਾ ਅਭਿਆਸ ਕਰਦੇ ਨੇ, ਕੀਰਤਨ ਦਾ ਅਭਿਆਸ ਕਰਦੇ ਨੇ। ਕੁਝ ਜਿਹੜੇ ਨੇ ਗੁਰੂ ਸਾਹਿਬ ਤੋਂ ਉਪਦੇਸ਼ ਸੁਣ ਕੇ ਸਤਿਨਾਮ ਵਾਹਿਗੁਰੂ ਸਿਮਰਨ ਦਾ ਅਭਿਆਸ ਕਰਦੇ ਨੇ। ਸਿੱਖੇ ਭਾਉ ਦੇਖ ਬੇਹਿਤਾ ਗਮਨ ਕੀਨ ਬੇਤੇ ਕੁਲ ਕੀਤਾ। ਹੁਣ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਸਿੱਖਾਂ ਦੇ ਅੰਦਰ ਜਿਹੜਾ ਪ੍ਰੇਮ ਹੈ ਔਰ ਜਿਹੜੀ ਸਿੱਖਾਂ ਦੀ ਭਾਵਨਾ ਹੈ ਉਹਨੂੰ ਵੇਖਣ ਦੇ ਵਾਸਤੇ ਹੁਣ ਕਰਤਾਰਪੁਰ ਸਾਹਿਬ ਤੋਂ ਫਿਰ ਨੇੜੇ ਨੇੜੇ ਪਿੰਡਾਂ ਦੇ ਵਿੱਚ ਉਹਨਾਂ ਨੇ ਇਹ ਕਹਿ ਲਈਏ ਕਿ ਇੱਕ ਪ੍ਰਚਾਰਕ ਦੌਰਾ ਰੱਖਿਆ ਹੈ। ਮੁਝ ਕੋ ਆਪਣੇ ਲੀਨ ਸੰਘਾਰੇ ਪਹੁੰਚੇ ਇੱਕ ਪੁਰ ਜਾਏ ਮਝਾਰੇ। ਤੇ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਨਾਲ ਲਿਆ, ਕਰਤਾਰਪੁਰ ਸਾਹਿਬ ਤੋਂ ਚੱਲੇ, ਇੱਕ ਪਿੰਡ ਦੇ ਵਿੱਚ ਜਾ ਪਹੁੰਚੇ। ਸਿੱਖ ਤਿਖਾਨ ਬਸੇ ਤਿਹ ਥਾਨਾ ਜਿਹ ਕੀ ਅਨਪ ਚਲੇ ਗੁਜ਼ਰਾਨਾ। ਉਸ ਪਿੰਡ ਦੇ ਵਿੱਚ ਇੱਕ ਤਰਖਾਣ ਸਿੱਖ ਰਹਿੰਦਾ ਹੈ ਕਿ ਜਿਹਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ, ਗਰੀਬੀ ਬਹੁਤ ਹੈ। ਔਰ ਤਰਖਾਣ ਸਿੱਖ ਜਿੱਥੇ ਸ਼ਬਦ ਆਇਆ ਦਾ ਮਤਲਬ ਲੱਕੜ ਦਾ ਕੰਮ ਕਰਦਾ ਹੋਏਗਾ। ਪਿੰਡ ਛੋਟਾ ਜਿਹਾ ਹੈ ਔਰ ਲੱਕੜ ਦਾ ਕੰਮ ਜਿੰਨਾ ਕੁ ਆਉਂਦਾ ਹੈ ਉਹ ਕਿਸੇ ਦਾ ਪਾਵਾ ਠੋਕ ਦਿੱਤਾ, ਕਿਸੇ ਦਾ ਸਿਰੂ ਕੱਢ ਦਿੱਤਾ, ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਔਰ ਬਹੁਤ ਮੁਸ਼ਕਿਲ ਗੁਜ਼ਾਰਾ ਚੱਲਦਾ ਹੈ। ਕਰੈ ਸੇਵ ਸਿੱਖਣ ਕੀ ਸੋਏ ਅਸਣ ਅਚਾਵੇ ਜੋ ਕਰ ਹੋਏ। ਪਰ ਇਹ ਤਰਖਾਣ ਸਿੱਖ ਜਿਹੜਾ ਇਹਦੇ ਅੰਦਰ ਸੇਵਾ ਭਾਵਨਾ ਤੇ ਪਿਆਰ ਬਹੁਤ ਹੈ, ਕਿਉਂਕਿ ਪਿੰਡ ਕਿਤੇ ਰਸਤੇ ਦੇ ਉੱਤੇ ਹੋਵੇਗਾ, ਆਉਂਦੇ ਜਾਂਦੇ ਸਿੱਖ ਜਦੋਂ ਰਾਹ ਤੋਂ ਲੰਘਦੇ ਹੋਏ ਕੋਈ ਵੀ ਘਰ ਦੇ ਵਿੱਚ ਆ ਜਾਣ, ਇਹ ਤਰਖਾਣ ਸਿੱਖ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਪ੍ਰਸ਼ਾਦਾ ਜ਼ਰੂਰ ਸਿਖਾਉਂਦਾ ਸੀ ਕਿ ਜਿਹੜਾ ਘਰ ਵਿੱਚ ਆਇਆ ਪ੍ਰਸ਼ਾਦਾ ਛਕੇ ਤੋਂ ਬਿਨਾਂ ਕੋਈ ਖਾਲੀ ਨਾ ਜਾਏ। ਸਾਂਝ ਜੇ ਹੋਏ ਨਾ ਪ੍ਰਾਪਤ ਪ੍ਰਾਤ ਹਾਥ ਆਏ ਆਹਾਰ ਅਕਾਤ। ਤੇ ਆਪਣਾ ਜਿਹੜੀ ਉਹਦੀ ਕਿਰਤ ਹੈ ਤਰਖਾਣੀ ਦੀ, ਉਹਦੇ ਤੋਂ ਗੁਜ਼ਾਰਾ ਇੰਨਾ ਕੁ ਚੱਲਦਾ ਹੈ ਕਿ ਜੇ ਸ਼ਾਮ ਦੇ ਟਾਈਮ ਲੰਗਰ ਤਿਆਰ ਹੋ ਜੇ, ਸਾਰਾ ਦਿਨ ਮਿਹਨਤ ਕਰਕੇ ਫਿਰ ਸਵੇਰੇ ਨਹੀਂ ਮਿਲਦਾ, ਤੇ ਜੇ ਕਿਸੇ ਦਿਨ ਸਵੇਰ ਦਾ ਤਿਆਰ ਹੋ ਜੇ ਫਿਰ ਸ਼ਾਮ ਦਾ ਨਹੀਂ ਆਉਂਦਾ। ਬਸ ਗੁਜ਼ਾਰਾ ਇਸੇ ਤਰ੍ਹਾਂ ਰੋਜ਼ ਚੱਲਦਾ ਹੈ। ਜੋ ਕਰ ਹੋਏ ਸਿੱਖਣ ਖਵਾਵੇ ਨਾਹੇ ਜੋ ਹੋਏ ਤਬ ਜਾਚ ਸੂ ਲਿਆਵੇ। ਕਿਉਂਕਿ ਘਰ ਵਿੱਚ ਜੋ ਵੀ ਕੁਛ ਹੁੰਦਾ ਹੈ, ਜੇ ਕੋਈ ਸਿੱਖ ਆ ਜਾਏ ਉਹਨੂੰ ਤਾਂ ਪ੍ਰਸ਼ਾਦਾ ਜ਼ਰੂਰ ਛਕਾਉਣਾ ਹੈ। ਔਰ ਭਾਵਨਾ ਇਵੇਂ ਦੀ ਸੀ ਕਿ ਸਿੱਖ ਆ ਜਾਏ, ਸਿੱਖ ਨੂੰ ਪ੍ਰਸ਼ਾਦਾ ਛਕਣ ਵਾਸਤੇ ਭਾਵੇਂ ਗੁਆਂਢੀਆਂ ਤੋਂ ਆਟਾ ਮੰਗ ਕੇ ਲਿਆਉਣਾ ਪਏ। ਇਹ ਪਿੰਡ ਵਿੱਚੋਂ ਮੰਗ ਵੀ ਲਿਆਉਂਦਾ ਸੀ, ਪਰ ਸਿੱਖਾਂ ਦੇ ਵਾਸਤੇ। ਜਾਵੇ ਜਾਚਣ ਸਿੱਖ ਹਿੱਤ ਨਿਜ ਹਿੱਤ ਜਾਤ ਨ ਸੋਏ। ਪਰ ਇਹ ਤਰਖਾਣ ਸਿੱਖ ਹੈ ਕਿ ਭਾਵੇਂ ਉਧਾਰਾ ਹੀ ਮੰਗ ਕੇ ਲਿਆਉਂਦਾ, ਭਾਵੇਂ ਵਾਪਸ ਦੇਣ ਵਿੱਚ ਵੀ ਕਈ ਵਾਰੀ ਬਹੁਤ ਦਿਨ ਨਿਕਲ ਜਾਂਦੇ ਨੇ, ਮਹੀਨੇ ਨਿਕਲ ਜਾਂਦੇ ਨੇ, ਪਰ ਜਿਹੜਾ ਵੀ ਆਟਾ ਜਾਂ ਅਨਾਜ ਕੁਝ ਮੰਗ ਕੇ ਲਿਆਉਂਦਾ ਹੈ ਉਹ ਸਿਰਫ ਪ੍ਰਸ਼ਾਦਾ ਜਿਹੜੇ ਆਏ ਸਿੱਖ ਨੇ ਉਹਨਾਂ ਨੂੰ ਛਕਾਉਣ ਵਾਸਤੇ। ਉਸ ਮੰਗੇ ਹੋਏ ਦੇ ਵਿੱਚੋਂ ਨਾ ਆਪ ਛਕਦਾ, ਨਾ ਘਰ ਦੇ ਪਰਿਵਾਰ ਦਾ ਕੋਈ ਜੀ ਛਕਦਾ ਹੈ। ਜਿਉਂ ਤਿਉ ਵਸਣ ਕਰਵਾਵੇ ਸਿੱਖ ਆਏ ਜੇ ਕੋਈ ਸਿੱਖ ਆ ਜੇ, ਭਾਵੇਂ ਕਿਹੜਾ ਵੀ ਢੰਗ ਤਰੀਕਾ ਵਰਤਣਾ ਪਏ, ਇਹ ਤਰਖਾਣ ਸਿੱਖ ਉਹਨਾਂ ਨੂੰ ਪ੍ਰਸ਼ਾਦਾ ਜ਼ਰੂਰ ਛਕਾਉਂਦਾ ਸੀ। ਕਿਵੇਂ ਕਰਕੇ ਵੀ ਪ੍ਰਸ਼ਾਦਾ ਜ਼ਰੂਰ ਤਿਆਰ ਹੁੰਦਾ ਸੀ। ਪਹੁੰਚੇ ਤਹਿ ਨਿਕੇਤ ਪ੍ਰਭ ਜਾਏ ਬੰਧਨ ਕਰੇ ਸਿੱਖ ਹੱਥ ਤਬ ਧਾਏ। ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਤਰਖਾਣ ਸਿੱਖ ਦੇ ਘਰ ਪਹੁੰਚੇ, ਔਰ ਤਰਖਾਣ ਨੇ ਜਦੋਂ ਦੇਖਿਆ ਕਿ ਮੇਰੇ ਸਤਿਗੁਰੂ ਜੀ ਆਏ ਨੇ, ਇਹ ਦੌੜ ਕੇ ਗੁੰਦ ਗਿਆ, ਗੁਰੂ ਸਾਹਿਬ ਦੇ ਚਰਨਾਂ ਵਿੱਚ ਸਿਰ ਰੱਖ ਕੇ ਨਮਸਕਾਰ ਕੀਤੀ। ਨਿਜ ਨਾਰੇ ਸੋ ਗਿਰਾ ਉਚਾਰੇ ਤੂਰਨ ਕਰੋ ਆਹਾਰ ਤਿਆਰੇ। ਸਤਿਗੁਰੂ ਜੀ ਨੂੰ ਘਰ ਵਿੱਚ ਲੈ ਗਿਆ, ਘਰ ਵਿੱਚ ਘਰ ਵਾਲੀ ਹੈ, ਇਸਤਰੀ ਹੈ, ਉਹਨੇ ਨਮਸਕਾਰ ਕੀਤੀ
और इस सिख ने अपने घर वाली को कहा कि छेती के नाल जो भी कुछ है वो रुखा सुखा प्रशादा तैयार कर, गुरु साहब को छकाउणा है। कहे ते तू सब किस जाने, भोजन होवै जे अन आने। ते घर वाली अपने पति को कहती, उनके अंदर भी बड़ी भावना है कि तुसीं सारा कुछ तो जानते हो, जिन्ना को तुसीं लैके आउंदे कदे नहीं बचा के रखे, सारा नाल दी नाल ते तैयार कर दीदा है। जो कुछ लियाउंदे वो ही तैयार कर दीदा, हुण बनावा की। घर दे विच ते एक प्रशादे ने भी आटा नहीं। यो सुन कै गमणियो पुरमाही, जिह को जाचे दे सो नाही। कहते ये सुनते नाल सिख गुरु साहब जी कहते, सतगुरु जी कुछ समा बैठो, मैं हुणे आया। दस्या नहीं कि आटा किसी तो मंगण चलिया, पर पिंड विच हुण जिंदे भी घर विच जाके आटा मंगे, जाके बेनती कोई करदा सी, कोई महापुरुष आए ने, थोड़ा जिहा आटा दे दो, उन्होंने प्रशादा छकाउणा है। और कई घरों के पहलों कई बार लिया होगा, अज गुरु साहब ने भाना ऐसा वरताया कि पिंड दे विचों किसी ने भी कोई आटा नहीं दिता, कोई दाल नहीं दी। सिखण मिस ये मांग कै, करद अपने गुजरान। सगों अगे भावें पिंड वाले ने कदे ना भी सुनाया होवे, अज बहुत माड़ा भी बोलिया, बहुत कुछ सुनाया भी। जिंदे घर मंगण जाता कहते ने सिखां दे बहाने ये मंग के लै जाता, गुजारा अपना चलता पिया है, खा पी आप जाता है। आस कह दियो ना किश तिसु, बैठो सुशायान। कहते इस तरह सारा पिंड लगभग फिर लिया, किसी ने कुछ नहीं दिता, बिल्कुल खाली, तो बड़ा उदास जो होकर बैठ गया है। तिस दिन राजे छिंज पवाई, इसके चित चिंता अते आई। कहते तरखान सिख के अंदर चिंता बहुत ज़्यादा वधी हुई सी, पर उस दिन राजे ने पिंड दे विच एक छिंज रखी सी। छिंज आप बजुर्ग लोग तो जानते हो, छिंज कहते ने जिथे वड्डे वड्डे पहलवान आके घुलते सन, कुश्तियां लड़ते सन। राजे ने उस पिंड दे विच छिंज रखी है। कहे कहा ते अन्न खवारू, तिक मोहे रहे जे बिना आहारू। पर सिख बड़ा उदास है, अपने आप को लांता पा रहा है, बड़ी चिंता दे विच है कि धन गुरु नानक देव सच्चे पातशाह जी घर विच आए ने, जे अज इन्हां नूं प्रसादा ना छकाया तो फिर मेरे ते जिउण दे ऐसे लख लांते मेरी जिंदगी दी। अपने आप को कह रहा है, अपने आप को लांता पा रहा है। देखण चले अनेक तमाशा, बूझत भयो सो नर एक पासा। पर इन्हें कि देखा बहुत सारे लोग ने कि छेती छेती काली काली भज्जे जाते हैं। एक नूं आवाज़ मार के कहा कि भरावा चले कि तू, सारा पिंड भज्जे जाता है। जदों पूछा तो उन्हें दस्या, पूछता है कहाँ जाहो तिन दीन बताई। भूप वह रह छिंज पवाई। एक जने तो पूछा, उन्हें दस दिता कि भाई तेनों पता ही नहीं लग्या, अज पिंड दे वार वार राजे ने छिंज पवाई है, पहलवानों की कुश्ती होनी है। बस सारा पिंड उस तमाशे नूं, उन्हां कुश्तियां नूं वेखण वास्ते जा रहा है। सहस रुपये जीते लेवै, हारे अर्ध ताहे ते देवै। नाल ये भी दस दिता कि इस कुश्तियां विच हुंदा की है। कहते वड्डे वड्डे पहलवान आउणगे और राजे ने इनाम रखिया है, जिहड़ा पहलवान जितेगा उन्होंने 1000 रुपये का इनाम, जिहड़ा पहलवान हार जाएगा इनाम उन्होंने भी मिलेगा, अद्धा इनाम 500 रुपये उन्होंने भी मिलणगे। और उन्होंने समय के 1000 रुपया या 500 रुपये, ये तो बड़ी वड्डी रकम से एक जिन्हों मिल जे कह लिए कि बहुत वड्डा अमीर बन सकता सी। सुन कै हरख चलियो तह थाई,
युगत मन बहु नर इकठाई। ये सुन के तरखाण दे एकदम मन ना जिहड़ा खुशी दे नाल नच उठिया कि जिवें ये मैनूं तो मिल ही जाने ने। इन्हें कुछ नहीं सोचा, विचारा उठ के दौड़ गया उस मन अखाड़े दे वल। भयो मल के सन्मुख जब ही, तिह को देख हसे नर सब ही। कहते भीड़ नूं चीरदिया होया ये तरखाण भलवान दे सामने जाके खड़ो गया। पट दे उत्ते हथ मारिया कि मैं लड़ांगा कुश्ती। और जिहड़े आंढी गुआंढी पिंड वाले सी वेख के सारे खिड़खड़ा के हस गए कि ये भलवान दे नाल लड़ेगा। मन भूप को बलि बडेरा, चूरण करे सर्ब तन तेरा। कहते लोग हस के नाले उन्होंने पिछे नूं तकदे ने ते नाले कहते ने भरावा देख ये भलवान है ते है भी भलवान राजे दा। इहदा कद काठ इहदी देख ते अपने वाले देख। जे भुल भुलेखे भी इहदे नाल जे तू कुश्ती दे विच मैदान दे विच आ गया ना, इहने तेरा चूरन बना देना। हड्डियां दा पता ही नहीं लगना कि हड्डियां हुंदियां भी सन विच। हुण इहनूं नाले पिछे नूं तकदे ने नाले हसदे ने। और मैं धर के गर्भ कुरंगा, चाहे लरे केहरी संगा। नाले लोग हसदे ने, नाले कहंदे ने तू गल हो गई कि एक हिरण जिहड़ा है वो बब्बर शेर नूं आके वंगारण वास्ते आ गया है। ते आप जी जानते हो शेर हिरण दे सामने होवे शेर तो वो शेर हिरण की हालत की करता, 1 मिनट तो पहलों पाड़ के रख दिता है। तिस बिद तै क्या मन मह धारी, चैत मृत को मल अगारी। कईयां ने समझाया भी कि भरावा तू की चाहुंदा है। इस शेर के सामने जाके भलवान के सामने अपने आप को मरवाना चाहुंदा है। इन्हें जे भुल भुलेखे भी तेरे उत्ते भी डिग गया ना, तेरा बचन ही कुछ नहीं। बरजो तिसको नह रहियो, कहो जाए जे प्राण। लोगों ने बथेरा रोकिया पर अंदर प्रेम भावना इन्नी सी, कह लगे जे कोई गल नहीं, मेरे वध तो वध प्राण ही चले जाएंगे, जान ही चली जाएगी ना। और कविराज ने शुरू दे विच प्रमाण दिता सी कि सिख जिहड़े ने उन्हां दे मन मच्छी की तरह हो गए। और देखो मच्छी भावें मर भी जाए, शिकारी उन्होंने फड़ भी लवे, वढ भी दे, चीर भी दवे, चूल्हे ते बना के पका के उन्होंने खा भी जाए, पर पानी नाल प्रेम इन्ना है कि पेट के अंदर गई हुई भी पानी मंगती है। बिल्कुल उस कहावत नूं ये गुरु का सिख ते सिद्ध कर लग्या है। और कहता वध तो वध की होएगा, जान चली जाएगी ना, पर कुश्ती में जरूर लड़ागा। इसते शुभ नह काज को परहित होवै हान। ये सिख हुण नालदियां नूं तो बहुता नहीं समझा सकता, पर एक गल कहता कि जे अज प्राण भी चले जाण तो मेरे वास्ते सौदा फिर भी बड़ा सस्ता है। निगट मल के जब ही आयो, अब लोको अस बचन अलायो। कहते जदों ये तरखाण सिख भलवान के नेड़े गया तो भलवान ने वेख के ये गल कही, कुवरी क्या तू क्यों मौत चाहत बिने आई। सुनत सिख ने सिर बताई। भलवान कहता भरावा हाले तो तू बुढ़ा भी नहीं होया, पर जवानी में ही लगना है। मौत हजे आई नहीं तो मौत आई तो पहलू मरना चाहता है। इस मैदान में आ गया, पर इस सिख ने सारी गल दस दी। कह लगे भरावा आए संतन के तह मारे, नहीं अन जो देव आहारे। कि मेरे घर में संत महापुरुष आए ने और मेरा धर्म है घर में कोई भी आ जाए उन्होंने लंगर पानी प्रशादा जरूर छकाउणा, तो अज घर में छकाउण वास्ते कुछ भी नहीं। और ये तो फिर केवल संत महापुरुष ने मेरे समर्थ गुरु आए ने। तिन के तो लड़न आयो, मृत होए ते सुख अदकायो। इसे कुछ भलवान नूं कहंदा तू मेरी चिंता ना कर,
मैं अपने गुरु के वास्ते उन्होंने संतां महापुरुषों के वास्ते लड़न आया, तो जे ये तू मैनू मार भी दवे या मेरी मौत हो भी जाए तो मेरे वास्ते सौदा फिर भी बड़ा वधिया, घट्टो घट्ट 500 रुपया घरदे नूं तो मिलेगा। ਜਿਹੜੇ संत महापुरुष आए ने उन्होंने तो प्रशादा छकाया जाएगा, अगे कई साल जिहड़ा है ये लंगर चल जाना 500 नाल ते मेरे वास्ते सौदा किहड़ा माड़ा थोड़ी है। साध साध सुन कान बखाना, उत्तम मत तुम संत महाना। हुण देखो गुरु साहब जी ने अपने सिख की गरीबी नूं कटना है ते ब्योंत इस ढंग दे नाल बनाई। भगवान ने इन्हां दे अंदर छेती किते दया नहीं हुंदी, पर जदों सुनिया कि किसी संत साध महापुरुष नूं प्रशादा छकाउणा ते अपनी जान भी देण लई तैयार है, इस भगवान ने फट उसे वेले कहा, दोवें गल्लां करदे ने, बहुता किसी ने सुनिया नहीं। शाबाश कि शाबाश, सेवा दे वास्ते अपनी जान देण लई भी तैयार हो गया है। परार्थ पर स्वार्थ हित प्राण न प्यारे, लरो निसंग मूल संघारे। कहते शाबाश कि परोपकार वास्ते या सेवा दे वास्ते तेनों प्राणा दे नाल बिल्कुल भी प्यार नहीं, तो कहता भरावा फिर बेझिझक हो के लड़ी, डरी ना, बेझिझक हो के मेरे नाल लड़। पिरे परस पार मिल तबै, गिरियो मन तरता है। कहते जदों बराबर हो के दोवे बस इन्नी गलबात कहते नाल हथ मिला लिया, भेड़ शुरू हो गया। और उस पहलवान ने बहुता जोर नहीं लाया, थोड़ा बहुता एक बारी वध सुटिया होगा, पर कहते पहलवान जिहड़ा है एकदम थले डिग्या जिवें रुख डिगदा है, बस कंड लग गई, कंड ही लाउणी सी। परस्वार्थ के जान कै ओज लगायो ना है। और इस पहलवान ने भी उस गुरु के सिख के वचन सुन के जोर नहीं लाया। और देखो बड़ी वड्डी कुर्बानी कह दी पहलवान दे वे, एक पहलवान नूं छिंज दे विच हार जिहड़ी है वो अपनी मौत नालों भी ज़्यादा दुखदी है। पर अज ये सोचा कि 1000 रुपया इनका किन्ने काम आएगा, और केवल इन्हें करनी भी सेवा है। पहलवान तो उत्थे गया हार, गुरु के सिख के उत्थे हुई जित, और लोगों ने पहलवान नूं गालां भी कढ़ियां होणगियां, माड़ा चंगा भी क्या होएगा। हो सकता आने वाले समय च उन्होंने इवें दा किते मौका के मिलिया भी होवे कि ना। मन भले तर गिरियो लखाए, नर सब ही और महे बिसमाए। पहलवान जदों थले डिग्या, कंड लग गई, लोग बड़े हैरान कि यह तरखान जिहड़ा बिल्कुल कारे जे शरीर का है, कद का है, और दुध भी पता नहीं इन्हें जिंदगी विच भी कदे जदों दी होश संभाली कदे पीता होवे कि ना, क्योंकि घर में सारे जानते सन गरीबी भी इन्नी को है। पहलवान नूं ढा दिता है। उत्तम वस्त्र नृपत पहराए, गिण कै सहस अनाम दिवाए। कहते वेख के राजा जिहड़ा सी वो भी ताड़ियां मार मार के बड़ा खुश होया कि एक कारे जे शरीर के बंदे ने एडे वड्डे पहलवान नूं ढा लिया है। हुण देखो जदों बंदे ते अमीरी आउंदी है अज दे समय च भी, तो बंदा फिर सब तो पहलों करदा कि जिहड़े सब तो कीमती ते चंगे कपड़े ने वो खरीद के लिआउंदा है कि सारी जिंदगी माड़े पाए ने, अज तो चंगे पा लिए। और एक गरीबी दूर हुई, राजे ने सब तो पहलों बड़े सोहने वस्त्र इस गुरु के सिख नूं पवाए, तो फिर जिहड़ा इनाम रखिया सी 1000 रुपया अपने हथी गिण के दिता। भलो भयो मन के हिरदे ज्ञाना, नास्यो मोह मनोज महाना। पर उस पहलवान का भी इहदे विच बड़ा वड्डा भला होया जदों गुरु के सिख नूं उन्हें जफ्फी पाई, गुरु के सिख ने उन्होंने जफ्फी पाई, बंदगी वाला सी। कहते इस पहलवान के अंदर भी जिवें इन्ना ज्ञान हो गया, अंदरों मोह हंकार ते लालच सारा ही नाश हो गया।
लैके सिख सदन मह आयो, नाना बिदन आहार करायो। कहते समा तो लग गया, पर सिख हुण घर खाली हथ नहीं गया, दुकान तो जाके पहलू राशन खरीदिया। फिर जिवें प्रेम भावना दे नाल घरवाली लंगर तैयार करदी सी, लंगर तैयार किया, उसे प्रेम भावना दे नाल लंगर छकाया। उत्तम थल बिठाए गुर पूरे, पंकज पाए पखारे रूरे। घरवाली लंगर तैयार करती है। इस सिख ने गुरु साहब के चरण धुआए, हथ धुआए, ते अपने वालों जिवें दी थां सी सोहनी थां ते बिठाया। चरणामृत मुख पायो जब ही, भई तरलोके की सुध तब ही। जदों गुरु साहब के चरण धुआए और सिੱਖੀ ਦੀ ਦਾਤ ਲੈਣ ਦਾ ਸਭ ਤੋਂ ਪਹਿਲੋਂ ਤਰੀਕਾ ਇਹ ਸੀ ਕਿ ਚਰਨ ਧੋ ਕੇ ਚਰਨ ਪੋਹ ਲੈਣੀ। ਚਰਨ ਅੰਮ੍ਰਿਤ ਜਦੋਂ ਸਿੱਖ ਨੇ ਆਪਣੇ ਮੂੰਹ ਦੇ ਵਿੱਚ ਪਾਇਆ, ਇੱਕ ਘੁੱਟ ਪਾਈ, ਤੇ ਇਸ ਸੁੱਖ ਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ, ਜਿਹਨੂੰ ਕਹਿੰਦੇ ਨੇ ਕਿ ਬ੍ਰਹਮ ਦਾ ਗਿਆਨ ਹੋ ਗਿਆ। ਕਿਰਪਾ ਦ੍ਰਿਸ਼ਟਕਾਰ ਮੋਖ ਉਧਾਰਾ, ਤੇ ਕੋ ਸਗਰੋ ਬੰਸ ਉਧਾਰਾ। ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਿਆ, ਤੇ ਜਿਨ੍ਹਾਂ ਨੂੰ ਮੁਕਤੀ ਦਾਤਾ ਕਿਹਾ ਜਾਂਦਾ, ਆਪਣੇ ਇਸ ਸਿੱਖ ਨੂੰ ਜਿਉਂਦਿਆਂ ਜੀ ਮੁਕਤ ਕੀਤਾ। ਪ੍ਰੇਮ ਭਾਵਨਾ ਨੂੰ ਵੇਖ ਕੇ ਕੱਲਾ ਸਿੱਖ ਨੂੰ ਨਹੀਂ ਕਹਿੰਦੇ, ਸਾਰੇ ਬੰਸ ਦਾ ਉਧਾਰ ਕੀਤਾ। ਤੇ ਕੋ ਸਗਰੋ ਬੰਸ ਉਧਾਰਾ, ਜਿਹੜਾ ਸਵੇਰੇ ਵੀ ਅੱਜ ਪਾਵਨ ਭਜਨ ਹੁਕਮ ਵਿੱਚ ਵੀ ਸਾਂਝਾ ਕੀਤਾ ਸੀ ਕਿ ਜਿਨ੍ਹਾਂ ਨੇ ਬੰਦਗੀ ਕੀਤੀ, ਭਾਵਨਾ ਦੇ ਨਾਲ ਕੀਤੀ, ਗੁਰੂ ਸਾਹਿਬ ਨੂੰ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ। ਕੋਈ ਨਾਮ ਜਪਣਾ ਤੇ ਫਿਰ ਇਵੇਂ ਜਪੋ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਫਿਰ ਕਹਿੰਦੇ ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚਰਾਇਆ ਬੇੜੇ। ਇਹ ਸਿੱਖ ਦੇ ਕੁੱਲ ਦਾ ਗੁਰੂ ਸਾਹਿਬ ਨੇ ਉਦਾਹਰ ਕੀਤਾ, ਸਭ ਨੂੰ ਨਾਮ ਦੀ ਦਾਤ ਦਿੱਤੀ। ਪਾਓ ਬਲੋਕੇ ਭੋਜਨ ਪਾਇਓ, ਜਿਸ ਪ੍ਰਭ ਕੋ ਜਸ ਤਹਿ ਦਸਿਸਾਇਓ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਦੀ ਭਾਵਨਾ ਦੇਖੀ, ਪ੍ਰੇਮ ਦੇਖਿਆ, ਤੇ ਜਿਹੜੇ ਪ੍ਰੇਮ ਦੇ ਨਾਲ ਭੋਜਨ ਤਿਆਰ ਕੀਤਾ, ਉਸੇ ਪ੍ਰੇਮ ਭਾਵਨਾ ਨਾਲ ਗੁਰੂ ਸਾਹਿਬ ਜੀ ਨੇ ਭਾਈ ਬਾਲੇ ਨੂੰ ਛਕਿਆ। ਗੁਰੂ ਸਾਹਿਬ ਦਾ ਜਸ ਕਹਿੰਦੇ 10 ਦਿਸ਼ਾਵਾਂ ਦੇ ਵਿੱਚ ਫੈਲ ਗਿਆ। ਸੋ ਰਜਨੇ ਬਸ ਕਰ ਤਿਹ ਧਾਮੂ, ਕੀੜ ਗਵਣ ਪਹੁੰਚੇ ਇੱਕ ਗ੍ਰਾਮੂ। ਉਹ ਸਿੱਖ ਦੀ ਗਰੀਬੀ ਕੱਟ ਕੇ ਔਰ ਕੇਵਲ ਰੁਪਈਏ ਪੈਸੇ ਕਰਕੇ ਧਨਾੜ ਨਹੀਂ ਬਣਾਇਆ, ਉਹਨੂੰ ਨਾਮ ਦੇ ਦਾਤ ਬਖਸ਼ ਕੇ ਨਾਮ ਵਾਲੇ ਪਾਸੋਂ ਵੀ ਸਭ ਤੋਂ ਧਨੀ ਬਣਾਇਆ ਹੈ, ਜਿਹਨੂੰ ਗੁਰੂ ਸਾਹਿਬ ਜੀ ਪਾਵਨ ਬਚਨ ਕਹਿੰਦੇ ਨੇ, ਹਮ ਧਨਵੰਤ। ਤੇ ਕਿਵੇਂ ਧਨਵੰਤ ਹੋ ਗਏ? ਕਹਿੰਦੇ ਭਾਗਠ ਸੱਚ ਨਾਏ, ਕਿਉਂਕਿ ਸੱਚੇ ਨਾਮ ਤੋਂ ਵੱਧ ਹੋਰ ਧਨ ਕਿਹੜਾ ਹੈ? ਵੱਡੇ ਭਾਗਾਂ ਵਾਲੇ ਸਭ ਤੋਂ ਧਨੀ ਹਾਂ। ਕਹਿੰਦੇ ਸਭ ਤੋਂ ਅਮੀਰ, ਸਭ ਤੋਂ ਧਨਾੜ ਤੇ ਸਭ ਤੋਂ ਅਮੀਰੀ ਵਾਲੀ ਦਾਤ ਨਾਮ ਦੀ ਦਾਤ ਦਿੱਤੀ। ਧੰਨ ਗੁਰੂ ਨਾਨਕ ਸਾਹਿਬ ਜੀ ਇਸ ਤਰਖਾਣ ਸਿੱਖ ਦੇ ਘਰ ਇੱਕ ਰਾਤ ਠਹਿਰੇ ਨੇ। ਅਗਲੇ ਦਿਨ ਸਵੇਰੇ ਫਿਰ ਥੋੜ੍ਹਾ ਜਿਹਾ ਲੰਗਰ ਪਾਣੀ ਛਕਿਆ ਹੈ। ਗੁਰੂ ਸਾਹਿਬ ਜੀ ਉੱਥੋਂ ਚੱਲੇ, ਅਗਲੇ ਇੱਕ ਪਿੰਡ ਦੇ ਵਿੱਚ ਹੋਰ ਪਹੁੰਚ ਗਏ ਨੇ। ਤਿਸ ਮੈਂ ਰਹੇ ਸਿੱਖ ਧਨਹੀਨਾ, ਆਏ ਤਬੈ ਤਿਨ ਦਰਸ਼ਨ ਕੀਨਾ। ਕਹਿੰਦੇ ਇਸ ਪਿੰਡ ਦੇ ਵਿੱਚ ਵੀ ਇੱਕ ਸਿੱਖ ਹੈ ਗੁਰੂ ਦਾ, ਪਰ ਹੈ ਇਹ ਵੀ ਬੜਾ ਗਰੀਬ, ਧਨ ਤੋਂ ਹੀਣਾ ਹੈ। ਬੰਧਨ ਕਰਕੇ ਬਿਨਾਂ ਉਚਾਰੀ, ਉੱਠ ਕਰ ਚੱਲੀਏ ਸਦਨ ਮਜਾਰੀ। ਇਹ ਰੁਪਈਏ ਪੈਸੇ ਕਰਕੇ ਸਿੱਖ ਗਰੀਬ ਹੈ, ਪਰ ਪ੍ਰੇਮ ਭਾਵਨਾ ਨਾਲ ਸੱਚਮੁੱਚ ਬਹੁਤ ਹੀ ਧਨਾਢ ਹੈ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਘਰ ਵਿੱਚ ਚੱਲੋ। ਚਰਨ ਪਰੇ ਤੇ ਪਾਵਨ ਹਵ ਕੈ, ਬਚਨ ਸੁਣੇ ਤੇ ਕਨੁਖ ਕਟੇ ਹੈ। ਸਤਿਗੁਰੂ ਤੁਹਾਡੇ ਚਰਨਾਂ ਦੇ ਵਿੱਚ ਪੈ ਕੇ, ਤੇ ਜੇ ਤੁਹਾਡੇ ਚਰਨ ਘਰ ਦੇ ਵਿੱਚ ਪੈ ਜਾਣ,
ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਦੂਰ ਹੋ ਜਾਂਦੇ ਨੇ, ਕੱਟੇ ਜਾਂਦੇ ਨੇ। ਇਸ ਕਰਕੇ ਕਿਰਪਾ ਕਰੋ, ਘਰ ਵਿੱਚ ਚਲੋ, ਆਪਣੇ ਚਰਨ ਸਾਡੇ ਘਰ ਵਿੱਚ ਵੀ ਪਾਓ। ਪਾਓ ਬਿਲੋਕ ਕਰਮ ਮਨ ਬਾਨੀ, ਗਮੜੇ ਤੇ ਨਿਕੇਤ ਗੁਣ ਖਾਨੀ। ਸਤਿਗੁਰ ਜੀ ਤੁਹਾਡੇ ਬਚਨ ਸੁਣ ਕੇ ਅੰਦਰ ਦੇ ਜਿਹੜੇ ਵਹਿਮ ਭਰਮ ਨੇ ਸਾਰੇ ਦੂਰ ਹੁੰਦੇ ਨੇ। ਔਰ ਗੁਰੂ ਸਾਹਿਬ ਨੇ ਜਦੋਂ ਬੇਨਤੀਆਂ ਸੁਣੀਆਂ, ਸਿੱਖ ਦੀ ਪ੍ਰੇਮ ਤੇ ਭਾਵਨਾ ਵੇਖੀ, ਉਸੇ ਵੇਲੇ ਬਾਲੇ ਨੂੰ ਕਹਿੰਦੇ ਭਾਈ ਚੱਲ ਸਿੱਖ ਦੇ ਘਰ ਚੱਲੀਏ। ਸਿੱਖ ਕੇ ਇੱਕ ਸੁੱਤ ਇੱਕ ਘਰ ਨਾਰੀ, ਗਰਸਿਓ ਹੁਤੋ ਤਾਰਦ ਮਹਿ ਭਾਰੀ। ਇਸ ਸਿੱਖ ਦੇ ਘਰ ਵਿੱਚ ਇੱਕ ਇਹਦੇ ਘਰ ਵਾਲੀ ਹੈ, ਇੱਕ ਇਹਦੇ ਘਰ ਛੋਟਾ ਜਿਹਾ ਬੱਚਾ ਹੈ। ਪਰ ਗਰੀਬੀ ਨੇ ਪੂਰੀ ਤਰ੍ਹਾਂ ਕਹਿ ਲਈਏ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਚੋੜਿਆ ਪਿਆ ਹੈ। ਬਹੁਤ ਜ਼ਿਆਦਾ ਗਰੀਬੀ ਹੈ। ਇੱਕ ਸਮੇਂ ਭੋਜਨ ਕਰ ਆਵੈ, ਦੁਤੀਆ ਕਾਲ ਯੁੱਤ ਭੂਖ ਬਿਤਾਵੈ। ਕਹਿੰਦੇ ਸਿੱਖ ਜਿਹੜਾ ਹੈ ਇੱਕ ਹੀ ਸਮੇਂ ਪ੍ਰਸ਼ਾਦਾ ਛਕਦਾ, ਮਿਲਦੀ ਇੱਕ ਸਮੇਂ ਹੈ। ਘਰ ਵਾਲੀ ਵੀ ਇੱਕ ਸਮੇਂ ਛਕਦੀ ਹੈ, ਪੁੱਤਰ ਨੂੰ ਛੋਟਾ ਜਿਹਾ ਬੱਚਾ ਹੈ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕਰਕੇ 2 ਵਕਤ ਦੀ ਰੋਟੀ ਦਿੰਦੇ ਨੇ। ਪਰ ਆਪ ਇੱਕ ਵਕਤ ਜਿਹੜੇ ਭੁੱਖੇ ਰਹਿ ਕੇ ਗੁਜ਼ਾਰਾ ਕਰਦੇ ਨੇ। ਇੱਕ ਬਾਰ ਭੋਜਨ ਕਰ ਖਵਾਇਓ, ਦਿਵਸ ਦੂਸਰੇ ਹੱਥ ਨਾ ਆਇਓ। ਹੁਣ ਕਹਿੰਦੇ ਨੇ ਇਹਨਾਂ ਨੇ ਉਸ ਵੇਲੇ ਗੁਰੂ ਸਾਹਿਬ ਜੀ ਨੂੰ ਕਿਰਪਾ ਕਰਕੇ ਘਰ ਤੇ ਸੱਦ ਲਿਆ ਤੇ ਭੋਜਨ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਉਹ ਜਿਹੜੇ ਰਾਤ ਗੁਰੂ ਸਾਹਿਬ ਜੀ ਰਹੇ, ਇੱਕ ਰਾਤ ਤੇ ਛਕਾ ਦਿੱਤਾ। ਪਰ ਹੁਣ ਅਗਲੇ ਦਿਨ ਸਵੇਰੇ ਕਿਤੋਂ ਕੁਝ ਨਾ ਮਿਲਿਆ, ਕਿਵੇਂ ਛਕਾਉਣਾ। ਸੋਜ ਅਲਪ ਸੇ ਕਰ ਹੋਤੇ, ਵੇਚੇ ਜਾਏ ਬਾਜ਼ਾਰ। ਕਹਿੰਦੇ ਸਿੱਖ ਨੇ ਹੁਣ ਵਿਚਾਰ ਕੀਤੇ, ਗੁਰੂ ਸਾਹਿਬ ਜੀ ਨੇ ਤੇ ਪ੍ਰਸ਼ਾਦਾ ਤਾਂ ਛਕਾਉਣਾ ਹੈ। ਘਰ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਸਮਾਨ ਹੈ, ਕੋਈ ਪਤੀਲਾ ਹੋਵੇਗਾ, ਕੋਈ ਹੋਰ ਛੋਟੇ ਛੋਟੇ ਭਾਂਡੇ ਕਿੱਡੇ ਹੋਣਗੇ। ਛੋਟੇ ਛੋਟੇ ਭਾਂਡੇ ਚੁੱਕ ਕੇ ਦੁਕਾਨ ਤੇ ਲੈ ਗਿਆ, ਉਹਨੂੰ ਵੇਚ ਦਿੱਤਾ। ਜੋ ਵੀ ਕੁਛ ਮਿਲਿਆ, ਆਣ ਅੰਨ ਭੋਜਨ ਕਰਿਓ, ਬਹੁਰ ਨਾ ਕਛੂ ਆਹਾਰ। ਕਹਿੰਦੇ ਉਹ ਵੇਚ ਵੱਟ ਕੇ ਥੋੜ੍ਹਾ ਜਿਹਾ ਆਟਾ ਆਂਦਾ, ਦਾਲ ਲਿਆਉਂਦੇ। ਬਸ ਇਹ ਕਹਿ ਲਈਏ ਕਿ ਇੱਕ ਟਾਈਮ ਦਾ ਪ੍ਰਸ਼ਾਦਾ ਹੋਰ ਤਿਆਰ ਹੋ ਗਿਆ। ਤੇ ਉਹ ਵੀ ਇਹਨਾਂ ਕੁ ਜਿਹੜਾ ਗੁਰੂ ਸਾਹਿਬ ਨੂੰ ਛਕਾ ਦਿੱਤਾ, ਭਾਈ ਬਾਲੇ ਨੂੰ ਛਕਾਇਆ, ਆਪਣੇ ਪੁੱਤਰ ਨੂੰ ਛਕਾਇਆ। ਇੱਕ ਇੱਕ ਅੱਧਾ ਅੱਧਾ ਆਪ ਇਹਨਾਂ ਨੇ ਛਕਿਆ। ਉਸ ਤੋਂ ਬਾਅਦ ਕੁਛ ਘਰ ਵਿੱਚ ਫਿਰ ਨਹੀਂ ਬਚਿਆ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੂਸਰੇ ਦਿਨ ਉਸੇ ਘਰ ਵਿੱਚ ਰਹੇ। ਜਿਵੇਂ ਇਸ ਸਿੱਖ ਤੇ ਕਿਰਪਾ ਕਰਨੀ ਹੈ, ਇਹ ਆਪਾਂ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ। ਆਓ ਰਸਨਾ ਨੂੰ ਕਰੀਏ ਪਵਿੱਤਰ। 1-2 ਮਿੰਟ ਹਾਜ਼ਰੀ ਲਵਾ ਕੇ ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ,